सतनाम करता पुरख निर्भौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच जो बुलावह त्यो बोलह स्वामी कुदरत कवण हमारी साध संग नानक जस गायो जो प्रभु की अत प्यारी साध संग नानक जस गायो जो प्रभु की अत प्यारी पूरा प्रभ आराध्या पूरा जाका नाओ नानक पूरा पाया पूरे के गुण गाओ नानक पूरा पाया पूरे के गुण गाओ। वाहिगुरु जी का खालसा वाहिगुरु जी की फतेह। परम सन्मानयोग जहरा जहूर हाजरा हजूर सर्ब कला भरपूर ज्ञान गुरु शब्द गुरु ਅਤੇ ਸਮਰੱਥ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਪਾਵਨ ਪਵਿੱਤਰ ਆਤਮਿਕ ਜੋਤ ਦਸਾਂ ਹੀ ਸਰੂਪਾਂ ਦੀ ਜਗ ਦੀ ਜੋਤ ਜੁਗੋ ਜੁਗ ਅਟਲ ਧੰਨ 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 ਸਾਹਿਬ श्री गुरु ग्रंथ साहिब महाराज जी की पावन अते पवित्र हजूरी अंदर जुड़ बैठी सतगुरुओं की साजी ते नवाजी हुई सत संगत जीओ आप वड भागे हो जिन्होंने धन धन साहिब श्री गुरु ग्रंथ साहिब महाराज जी की पावन पवित्र हजूरी अंदर ਅਤੇ ਸਿੰਘ ਸ਼ਹੀਦਾਂ ਦੀ ਉਹ ਪਾਵਨ ਧਰਤੀ ਇਸ ਧਰਤੀ ਦੇ ਉੱਤੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਤਿਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਅਵਤਾਰ ਦਿਹਾੜਿਆਂ ਨੂੰ ਮੁੱਖ ਰੱਖਦੇ ਆ ਸਮੂਹ ਗੁਰਮੁਖਾਂ ਵੱਲੋਂ ਪ੍ਰਬੰਧਕਾਂ ਵੱਲੋਂ ਇਹ ਗੁਰਮਤ ਸਮਾਗਮ ਲੀਕੇ ਗਏ ਜਿਨ੍ਹਾਂ ਦੀਆਂ ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ बचन करते हैं गुरमुखो कि पूरे दे गुण गाउण दे नाल ही हे मनुख तू पूरा हो सकता है। वो मंजिल नूं प्राप्त कर सकता है जिहड़ी मंजिल पूरे गुरु दे लड़ लग के तेनों प्राप्त होनी है। पूरे का किया सब कुछ पूरा जिहड़ा पूरा गुरु है
ਉਹੀ ਤੈਨੂੰ ਉਹ ਮੰਜ਼ਿਲ ਤੱਕ ਪਹੁੰਚਾ ਸਕਦਾ ਹੈ ਜਿਹੜੀ ਮੰਜ਼ਿਲ ਤੇ ਜਾ ਕੇ ਤੈਨੂੰ ਸੁਖ ਆਰਾਮ ਆਨੰਦ ਪ੍ਰਾਪਤ ਹੋਵੇਗਾ। ਉਹ ਚੀਜ਼ ਨੂੰ ਉਹ ਆਨੰਦ ਮਾਣਨ ਵਾਸਤੇ ਅਸੀਂ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਨਾਲ ਨਾਮ ਦੇ ਨਾਲ ਜੁੜਨ ਦਾ ਉਪਰਾਲਾ ਜੁੜਨ ਦਾ ਯਤਨ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਕਿੰਨੇ ਲੋਕਾਂ ਦਾ ਉਧਾਰ ਕੀਤਾ, ਕਿੰਨੇ ਲੋਕਾਂ ਦਾ ਭਲਾ ਕੀਤਾ। ਅਸਮਾਨ ਕੇ ਤਾਰੇ ਗਿਣੇ ਜਾਤ ਹੈ ਪਰ ਗੁਰੂ ਨਾਨਕ ਕੇ ਤਾਰੇ ਨਾ ਗਿਨਾਤ ਹੈ। ਅਸਮਾਨ ਦੇ ਵਿੱਚ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ ਪਰ ਜਿੰਨੇ ਗੁਰੂ ਨਾਨਕ ਸਾਹਿਬ ਨੇ ਤਾੜ ਦਿੱਤੇ ਉਹਨਾਂ ਦੀ ਗੁਰਮੁਖੋਂ ਕੋਈ ਗਿਣਤੀ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਗਿਣਤੀ ਨਹੀਂ ਉਹਨਾਂ ਦੀ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤ ਵੱਡਾ ਪਰਉਪਕਾਰ ਕੀਤਾ, ਬਹੁਤ ਵੱਡਾ ਸਾਡੇ ਉੱਪਰ ਗੁਰਮੁਖ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਹੱਥ ਰੱਖਿਆ। ਕਿਉਂਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਧੁਰੋਂ ਦਰਗਾਹ ਦੇ ਵਿੱਚੋਂ ਬਾਣੀ ਨੂੰ ਲੈ ਕੇ ਆਉਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਦੇ ਇਹ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨ। ਸੇਵਕ ਦਾ ਫਰਜ਼ ਹੈ ਜੋ ਬਾਣੀ ਕਹਿੰਦੀ ਹੈ, ਸਤਿਗੁਰਾਂ ਦੀ ਬਾਣੀ ਜੋ ਸਾਨੂੰ ਕਹਿੰਦੀ ਹੈ, ਜੋ ਮਾਰਗ ਤੇ ਰਸਤੇ ਤੇ ਤੋਰਨਾ ਚਾਹੁੰਦੀ ਹੈ, ਗੁਰਸਿੱਖ ਦਾ ਫਰਜ਼ ਹੈ ਵੀ ਉਹ ਰਾਹ ਤੇ ਤੁਰਨ ਦਾ, ਉਹਨੂੰ ਮੰਨ ਕੇ ਉਹ ਬਾਣੀ ਤੇ ਗੁਰਮੁਖ ਪਿਆਰਿਓ ਪਹਿਰਾ ਦੇਣ ਦਾ ਫਰਜ਼ ਹੈ ਗੁਰਸਿੱਖ ਦਾ। ਕਿਉਂਕਿ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੀ ਇਹ ਕਿਰਪਾ ਗੁਰੂ ਨਾਨਕ ਸਾਹਿਬ ਨੇ ਸਾਡੇ ਉੱਪਰ ਬਾਣੀ ਦੀ ਕੀਤੀ ਹੈ। ਜੇ ਆਪਾਂ ਗੱਲ ਕਰੀਏ ਉਸ ਸਮੇਂ ਬੜੇ ਦੁਨੀਆ ਦੇ ਉੱਤੇ ਗ੍ਰੰਥ ਸਨ। 4 ਵੇਦ 27 ਸਿਮਰਤੀਆਂ 18 ਪੁਰਾਣ 6 ਸ਼ਾਸਤਰ, ਬੜੇ ਕੁਰਾਨ ਸ਼ਰੀਫ, ਗੀਤਾ, ਇਸ ਤਰ੍ਹਾਂ ਦੇ ਗ੍ਰੰਥ ਬੜੇ ਸਨ। ਪਰ ਗੁਰੂ ਨਾਨਕ ਸਾਹਿਬ ਨੂੰ ਇਹ ਬਾਣੀ, ਰੱਬੀ ਬਾਣੀ, ਧੁਰ ਕੀ ਬਾਣੀ, ਇਲਾਹੀ ਬਾਣੀ ਸੱਚਖੰਡ ਦੇ ਵਿੱਚੋਂ ਲੈ ਕੇ ਆਉਣ ਦੀ ਲੋੜ ਕੀ ਪਈ? ਇਹੀ ਗੱਲ ਭਾਈ ਗੁਰਦਾਸ ਜੀ ਜੋ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਇਸ ਬਾਣੀ ਦਾ ਨਿਚੋੜ, ਬਾਣੀ ਦੀਆਂ ਉਦਾਹਰਨਾਂ, ਕਿਉਂਕਿ ਭਾਈ ਗੁਰਦਾਸ ਜੀ ਦੀਆਂ 12 ਸਵਈਏ ਕਵਿੱਤ ਨੇ ਜਿਹੜੇ, ਜਿਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਤਿਗੁਰੂ ਜੀ ਕਹਿੰਦੇ ਜਿੰਦਰਾ ਹੈ, ਪਰ ਗੁਰਬਾਣੀ ਨੂੰ ਖੋਲਣਾ ਹੋਵੇ, ਵਿਚਾਰ ਨੂੰ ਖੋਲਣਾ ਹੋਵੇ, ਖੋਲ ਕੇ ਕਰਨੀ ਹੋਵੇ ਤਾਂ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ 12 ਨੇ ਉਹ ਗੁਰਬਾਣੀ ਦੀਆਂ ਚਾਬੀਆਂ ਨੇ। ਭਾਈ ਗੁਰਦਾਸ ਜੀ ਜਦੋਂ ਕਾਂਸੀ ਦੇ ਵਿੱਚ ਜਾਂਦੇ ਆ, ਕਾਂਸੀ ਦੇ ਵਿੱਚ ਸਾਰੇ ਲੋਕ ਵਿਦਵਾਨ ਪੰਡਤ ਲੋਕ ਜਿਨ੍ਹਾਂ ਨੇ ਬੜੇ ਕੀਮਤੀ ਗ੍ਰੰਥ ਪੜ੍ਹੇ ਆ, ਬੜੇ ਅਮੋਲਕ ਗ੍ਰੰਥ ਪੜ੍ਹੇ ਆ, ਜਿਨ੍ਹਾਂ ਨੂੰ ਬੜਾ ਹੀ ਗੁਰਮੁਖ ਪਿਆਰਿਓ ਗਿਆਨ ਹੈ, ਬੜੀ ਸੋਝੀ ਹੈ। ਉਹ ਵਿਦਵਾਨਾਂ ਦੀ ਜਦੋਂ ਸਭਾ ਲੱਗਦੀ ਹੈ ਤਾਂ ਗੁਰਮੁਖ ਪਿਆਰਿਓ ਉਸ ਸਮੇਂ ਭਾਈ ਗੁਰਦਾਸ ਜੀ ਦੇ ਅੱਗੇ ਇੱਕ ਸਵਾਲ ਰੱਖਿਆ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਇਹ ਸਵਾਲ ਦਾ ਉੱਤਰ ਤੁਹਾਨੂੰ ਦੇਣਾ ਪੈਣਾ। ਉਹ ਕੀ ਸਵਾਲ ਸੀ? ਉਹ ਸੀ ਕਿ ਜਦ ਇਹ ਸੰਸਾਰ ਦੇ ਵਿੱਚ ਦੁਨੀਆ ਤੇ ਬੜੇ ਗ੍ਰੰਥ ਸਨ, 4 ਵੇਦ 27 ਸਿਮਰਤੀ 18 ਪੁਰਾਣ, ਹੋਰ ਕੁਰਾਨ ਸ਼ਰੀਫ ਜਾਂ ਗੀਤਾ, ਬੜੇ ਗ੍ਰੰਥ ਇਸ ਦੁਨੀਆ ਤੇ ਸਨ।
ਇਹ ਗੁਰੂ ਨਾਨਕ ਸਾਹਿਬ ਨੂੰ ਫਿਰ ਬਾਣੀ ਲਿਖਣ ਦੀ ਲੋੜ ਕੀ ਪਈ। ਮੈਂ ਵਿਚਾਰ ਤਾਂ ਕਰ ਰਹੇ ਹਾਂ ਗੁਰਮੁਖ ਪਿਆਰਿਓ, ਅੱਜ ਸਾਨੂੰ ਬਾਣੀ ਤੋਂ ਭਰੋਸਾ, ਬਾਣੀ ਤੋਂ ਅਕੀਦਾ ਸਾਡਾ ਟੁੱਟਦਾ ਜਾ ਰਿਹਾ। ਅੱਜ ਜ਼ਿਆਦੇ ਤੌਰ ਤੇ ਪ੍ਰਚਾਰਕ ਬਾਣੀ ਦੀ ਗੱਲ ਘੱਟ ਕਰਦੇ ਆ, ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਗੱਲ ਘੱਟ ਕਰਦੇ ਆ। ਜੇ ਗੱਲ ਕਰਦੇ ਆ ਤਾਂ ਹੋਰ ਤਰੀਕੇ ਦੇ ਨਾਲ ਉਹਨੂੰ ਪੇਸ਼ ਕਰਕੇ ਬਾਣੀ ਤੋਂ, ਇਤਿਹਾਸ ਤੋਂ। ਅੱਜ ਦੇ ਪ੍ਰਚਾਰਕਾਂ ਦਾ ਕੰਮ ਹੈ ਵੀ ਤੋੜਨਾ। ਸਾਡੇ ਅੰਦਰ ਸ਼ੰਕੇ ਬਣ ਗਏ ਆ, ਸਾਡੇ ਅੰਦਰ ਕਿੰਤੂ ਪਰੰਤੂ ਬਾਣੀ ਪ੍ਰਤੀ ਆ ਗਿਆ। ਅੱਜ ਦੇ ਅਸੀਂ ਗੁਰਸਿੱਖ ਜ਼ਰੂਰ ਬਾਹਰੋਂ ਵਿਖਾਵੇ ਦੇ ਆ, ਪਰ ਅੰਦਰੋਂ ਜਿਹੜੇ ਜਜ਼ਬੇ ਸੀ ਉਹ ਬਿਲਕੁਲ ਖਤਮ ਹੋ ਗਏ। ਇਹਦਾ ਕਾਰਨ ਇਹੀ ਹੈ ਕਿ ਜੋ ਬਾਣੀ ਹੈ, ਸਾਡਾ ਧੁਰਾ ਹੈ, ਇਹ ਬਾਣੀ ਦੇ ਨਾਲੋਂ ਅਸੀਂ ਬਹੁਤ ਦੂਰ ਚਲੇ ਗਏ, ਟੁੱਟ ਗਏ ਆ। ਨਿਤਨੇਮ ਸੀ ਜਿਹੜਾ, ਜਦੋਂ ਅੰਮ੍ਰਿਤ ਛਕਦੇ ਆ, ਪੰਜ ਪਿਆਰੇ ਸਾਨੂੰ ਰਹਿਤ ਦੱਸਦੇ ਆ, ਪਰ ਉਹਦੇ ਵਿੱਚ ਇੱਕ ਗੱਲ ਵਾਰ-ਵਾਰ ਕਹੀ ਜਾਂਦੀ ਹੈ ਕਿ ਭਾਈ ਅੰਮ੍ਰਿਤ ਧਾਰੀ ਹੋ ਕੇ ਨਿਤਨੇਮ ਜ਼ਰੂਰ ਕਰਨਾ, ਪੰਜ ਬਾਣੀਆਂ ਜ਼ਰੂਰ ਪੜ੍ਹਨੀਆਂ ਨੇ। ਤੇ ਗੁਰਮੁਖ ਪਿਆਰਿਓ, ਪਰ ਮਾਫ ਕਰਨਾ, ਅੱਜ ਜਿਹੜਾ ਸਮਾਂ ਹੈ, ਕੋਈ ਬਿਰਲਾ ਭਾਗਾਂ ਵਾਲਾ ਹੋਵੇਗਾ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ। ਅੱਜ ਕਿੰਤੂ ਪਰੰਤੂ ਬਾਣੀ ਪ੍ਰਤੀ ਸਾਡੇ ਅੰਦਰ ਬੜਾ ਹੈ। ਬਾਣੀ ਇੱਥੇ ਐ ਕਹਿੰਦੀ, ਐ ਨਹੀਂ ਕਹਿਣਾ ਚਾਹੀਦਾ, ਇਹਦੇ ਵਿੱਚ 10 ਗ੍ਰੰਥ ਦੀ ਬਾਣੀ ਇਹ ਨਹੀਂ ਹੋਣੀ ਚਾਹੀਦੀ, ਇਹਦੇ ਵਿੱਚ ਆ ਜੀ ਆ ਨਹੀਂ ਹੋਣਾ ਚਾਹੀਦਾ। ਤੋੜ ਮਰੋੜ ਕਰਕੇ ਕਹਿਣ ਦਾ ਭਾਵ ਸਾਨੂੰ ਬਾਣੀ ਨਾਲੋਂ, ਇਤਿਹਾਸ ਨਾਲੋਂ, ਗੁਰੂ ਸਾਹਿਬਾਨਾਂ ਦੇ ਤੋੜਿਆ ਜਾ ਰਿਹਾ। ਅੱਜ ਲੋੜ ਹੈ ਬਾਣੀ ਤੇ ਬਾਣੇ ਦੇ ਵਿੱਚ ਪਰਪੱਕ ਹੋਣ ਦੀ। ਗੁਰਮੁਖ ਪਿਆਰਿਓ, ਅੱਜ ਸਾਨੂੰ ਬੜੀ ਹੀ ਲੋੜ ਹੈ। ਅੱਜ ਸਾਡੇ ਬੱਚੇ ਵੇਖੋ ਕ੍ਰਹਿਤ ਪਣੇ ਵੱਲ ਤੇ ਗੁਰਮੁਖ ਪਿਆਰਿਓ ਪਤਿਤ ਪਣੇ ਵੱਲ, ਨਸ਼ਿਆਂ ਦੇ ਹੜ੍ਹ ਦੇ ਵਿੱਚ ਹੜ੍ਹਦੇ ਜਾ ਰਹੇ ਹੈ। ਇਹਦਾ ਕਾਰਨ ਇਹੀ ਹੈ ਕਿ ਅਸੀਂ ਆਪ ਬਾਣੀ ਤੋਂ ਟੁੱਟ ਗਏ ਹਾਂ। ਜੋ ਬਾਣੀ ਸਾਨੂੰ ਕਹਿੰਦੀ ਹੈ, ਉਹ ਬਾਣੀ ਦੀ ਗੱਲ ਅਸੀਂ ਮੰਨਣ ਨੂੰ ਤਿਆਰ ਨਹੀਂ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਸਤਿਗੁਰੂ ਜੀ ਕਹਿੰਦੇ ਸੇਵਕ ਦਾ ਕੰਮ ਹੈ ਬਾਣੀ ਨੂੰ ਮੰਨਣਾ, ਪਰ ਅੱਜ ਦਾ ਸੇਵਕ ਬਾਣੀ ਨੂੰ ਆਪਣੀ ਗੱਲ ਮਨਾ ਰਿਹਾ। ਅੱਜ ਗੱਲ ਆਪਣੀ ਮਨਾਈ ਜਾ ਰਹੀ ਹੈ, ਬਾਣੀ ਦੀ ਗੱਲ ਨਹੀਂ ਮੰਨੀ ਜਾ ਰਹੀ। ਅੱਜ ਹਰੇਕ ਥਾਂ ਤੇ, ਜਿੱਥੇ ਮਰਜ਼ੀ ਚਲੇ ਜਾਓ, ਹਰੇਕ ਥਾਂ ਤੇ ਤੁਹਾਨੂੰ ਧਾਰਮਿਕ ਸਥਾਨਾਂ ਤੇ ਵੱਖੋ ਵੱਖਰੀ ਮਰਜ਼ਾਦਾ ਮਿਲੇਗੀ। ਇਹਦਾ ਕਾਰਨ ਇਹੀ ਹੈ ਕਿ ਅਸੀਂ ਗੁਰੂ ਨੂੰ ਆਪਣਾ ਮਨਾਉਣਾ ਚਾਹੁੰਦੇ ਹਾਂ, ਗੁਰੂ ਦੀ ਅਸੀਂ ਮੰਨਣ ਨੂੰ ਤਿਆਰ ਨਹੀਂ। ਗੁਰੂ ਦੀ ਗੱਲ ਅਸੀਂ ਨਹੀਂ ਮੰਨਣ ਨੂੰ ਤਿਆਰ। ਬਾਣੀ ਤੋਂ ਅਸੀਂ ਬਹੁਤ ਦੂਰ ਹੋ ਚੁੱਕੇ ਹਾਂ ਗੁਰਮੁਖੋ। ਪਰ ਜੋ ਬਾਣੀ ਹੈ ਗੁਰਸਿੱਖ ਦੇ ਲਈ, ਜਿਹਦੇ ਕੋਲ ਨਿਤਨੇਮ ਹੈ, ਤਦ ਹੀ ਗੁਰਸਿੱਖ ਦਾ ਜੀਵਨ ਹੈ। ਨਹੀਂ, ਜੀਵਨ ਨਹੀਂ ਹੈ। ਜੀਵਨ ਬਾਣੀ ਕਰਕੇ ਆ। ਗੁਰਮੁਖ ਪਿਆਰਿਓ, ਜੀਵਨ ਆ ਜਿਹੜਾ ਗੁਰਸਿੱਖ ਦੇ ਬਾਣੀ ਕਰਕੇ ਆ। ਧੰਨ ਗੁਰੂ ਨਾਨਕ ਸਾਹਿਬ ਜੀ ਆਪਣੀ ਜ਼ਿੰਦਗੀ ਦੇ ਕਿੰਨੇ ਸਾਲ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਧੁਰੋ ਦਰਗਾਹ ਦੇ ਵਿੱਚ ਬਾਣੀ ਦਾ ਖਜ਼ਾਨਾ ਲੈ ਕੇ ਆਏ। ਉਹਦੇ ਨਾਲ ਸਾਨੂੰ ਜੋੜਨ ਦੇ ਲਈ ਗੁਰਮੁਖ ਪਿਆਰਿਓ ਕਿੰਨੇ ਉਪਰਾਲੇ ਕਰਕੇ ਗਏ ਆ। ਵੇਖੋ, ਗੁਰੂ ਸਾਹਿਬਾਨ ਬਾਣੀ ਦਾ ਜ਼ਿਆਦੇ ਸਤਿਕਾਰ ਕਰਦੇ ਰਹੇ, ਪਰ ਅੱਜ ਦੇ ਗੁਰਸਿੱਖ ਦੇ ਘਰ ਜਿੱਥੇ ਕਿਤਾਬਾਂ ਦੁਨਿਆਵੀ ਬੱਚਿਆਂ ਦੀਆਂ ਪੜ੍ਹਨ ਵਾਲੀਆਂ ਪਈਆਂ, ਉੱਥੇ ਗੁਰਬਾਣੀ ਦੇ ਗੁਟਕਾ ਸਭ ਰੱਖਿਆ ਹੋਇਆ। ਇਹ ਬਾਣੀ ਦਾ ਸਤਿਕਾਰ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਕਿਉਂ ਟੇਕਦੇ ਆ? ਇਹਦੇ ਵਿੱਚ ਸਤਿਗੁਰਾਂ ਦੀ ਬਾਣੀ ਹੈ, ਪਰ ਗੁਟਕਾ ਸਾਹਿਬ ਦੇ ਵਿੱਚ ਵੀ ਬਾਣੀ ਹੈ ਭਾਈ। ਉਨਾ ਹੀ ਸਤਿਕਾਰ ਬਾਣੀ ਦਾ ਕਰਨਾ, ਗੁਟਕਾ ਸਾਹਿਬ ਦਾ ਕਰਨਾ, ਜਿੰਨਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਕਰਦੇ ਹਾਂ। ਭਾਈ ਗੁਰਦਾਸ ਜੀ ਦੀ ਵਿਚਾਰ ਕਰਕੇ ਮੈਂ ਨੇੜੇ ਲਾਵਾਂ ਸਮੇਂ ਨੂੰ, ਕਿਉਂਕਿ ਗਿਆਨੀ ਸਾਹਿਬ ਜੀ ਆਏ ਨੇ ਤੇ ਗੁਰਮੁਖ ਪਿਆਰਿਓ, ਦਾਸ ਨੂੰ ਇਹਨਾਂ ਦੇ ਨਾਲ ਆਉਣ ਦਾ ਮੌਕਾ ਮਿਲਿਆ, ਪਿਆਰ ਬਣਿਆ ਹੋਇਆ। ਇਹਨਾਂ ਨੇ ਹਾਜ਼ਰੀ ਭਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਸਾਨੂੰ ਚਾਨਣ ਪਾਉਣਾ।
ਭਾਈ ਗੁਰਦਾਸ ਜੀ ਜਦੋਂ ਕਾਂਸੀ ਦੇ ਵਿੱਚ ਜਾਂਦੇ ਆ ਤਾਂ ਇਹ ਸਵਾਲ ਰੱਖਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਇਹ ਬਾਣੀ ਲੈ ਕੇ ਆਉਣ ਦੀ ਲੋੜ ਕੀ ਸੀ, ਇਹ ਬਾਣੀ ਰਚਣ ਦੀ ਲੋੜ ਕੀ ਸੀ। ਪਰ ਉਸ ਸਮੇਂ ਗੁਰਮੁਖ ਪਿਆਰਿਓ, ਭਾਈ ਗੁਰਦਾਸ ਜੀ ਉਹਨਾਂ ਪੰਡਤਾਂ ਨੂੰ, ਵਿਦਵਾਨਾਂ ਨੂੰ ਇੱਕ ਗੱਲ ਕਹਿੰਦੇ ਆ, ਕਹਿੰਦੇ ਪਹਿਲਾਂ ਇਉਂ ਦੱਸੋ, ਤੁਸੀਂ ਕਹਿੰਦੇ ਹੋ ਕਿ ਗ੍ਰੰਥ ਬੜੇ ਸਨ, 4 ਵੇਦ, 27 ਸਿਮਰਤੀਆਂ, 18 ਪੁਰਾਣ, ਇਹ ਸਾਰੇ ਹੀ ਗ੍ਰੰਥ ਸਤਿਕਾਰਯੋਗ ਹੈ। ਭਾਈ ਗੁਰਦਾਸ ਜੀ ਕਹਿੰਦੇ ਪਰ ਇੱਕ ਗੱਲ ਦੱਸਣੀ ਕਰੋ, ਇਹਨਾਂ ਗ੍ਰੰਥਾਂ ਦੇ ਕੋਲੋਂ ਜੇ ਅਸੀਂ ਲਾਹਾ ਲੈਣਾ ਹੋਵੇ, ਅਸੀਂ ਆਪਣਾ ਜੀਵਨ ਮੁਕਤ ਕਰਨਾ ਹੋਵੇ ਤੇ ਕਿਵੇਂ ਲਿਆ ਜਾ ਸਕਦਾ। ਤਾਂ ਪੰਡਤ ਕਹਿਣ ਲੱਗੇ, ਵਿਦਵਾਨ ਲੋਕ ਕਹਿਣ ਲੱਗੇ, ਇਹ ਤਾਂ ਸਿੱਧੀ ਜੀ ਗੱਲ ਹੈ ਕਿ ਇਹਨਾਂ ਗ੍ਰੰਥਾਂ ਨੂੰ ਪੜ੍ਹਨਾ ਪਵੇਗਾ, ਬਾਚਣਾ ਪਵੇਗਾ, ਅਮਲ ਕਰਨਾ ਪਵੇਗਾ। ਅਮਲ ਕਰਕੇ ਫਿਰ ਸਾਨੂੰ ਮੁਕਤੀ ਪ੍ਰਾਪਤ ਹੋ ਸਕਦੀ, ਸਾਡਾ ਜੀਵਨ ਬਦਲ ਸਕਦਾ, ਜੀਵਨ ਬਣ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਪੜ੍ਹੋਗੇ, ਵਿਚਾਰੋਗੇ, ਅਮਲ ਕਰੋਗੇ, ਫਿਰ ਮੁਕਤੀ ਮਿਲੇਗੀ ਨਾ, ਫਿਰ ਜੀਵਨ ਬਣ ਸਕਦਾ, ਕਿਰਪਾ ਹੋ ਸਕਦੀ ਹੈ। ਕਹਿਣ ਲੱਗੇ ਹਾਂ, ਕਹਿਣ ਲੱਗੇ ਇਹਦਾ ਉੱਤਰ ਤੁਹਾਡੇ ਸਵਾਲ ਦਾ ਇਹੀ ਹੈ, ਗੁਰੂ ਨਾਨਕ ਸਾਹਿਬ ਨੂੰ ਇਹ ਬਾਣੀ ਰਚਣ ਦੀ ਤਾਂ ਲੋੜ ਪਈ ਕਿ ਜੋ ਇਹ ਸਤਿਗੁਰਾਂ ਦੀ ਬਾਣੀ ਆ ਨਾ, ਪੜ੍ਹਨਾ, ਵਿਚਾਰਨਾ, ਅਮਲ ਕਰਨਾ ਗੱਲ ਬਹੁਤ ਦੂਰ ਦੀ ਹੈ। ਪਰ ਇਹ ਬਾਣੀ ਉਹ ਹੈ ਜਿਹਦੇ ਦੀਦਾਰ ਕਰਕੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਹੈ। ਗੱਜ ਕੇ ਆਖੋ ਸਤਿਨਾਮ। ਇਹ ਬਾਣੀ ਉਹ ਹੈ, ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ। ਗੁਰਮੁਖ ਪਿਆਰਿਓ, ਇਹ ਬਾਣੀ ਸਾਡੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਲੀ ਹੈ। ਹੋਵੇ ਸਿਫਤ ਕਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ, ਵਿਚਾਰਨਾ, ਅਮਲ ਕਰਨਾ ਗੱਲ ਬਾਤ ਹੀ ਹੈ। ਸਤਿਗੁਰਾਂ ਦੀ ਬਾਣੀ, ਸਤਿਗੁਰੂ ਦੇ ਦੀਦਾਰ ਸਾਡੇ ਜਨਮ ਜਨਮਾਂਤਰਾਂ ਦੇ ਪਾਪ ਮਟੇਣ ਦੀ ਤਾਕਤ ਸਮਰੱਥਾ ਰੱਖਦੀ ਹੈ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਸਾਡੇ ਉੱਪਰ ਕਿੱਡੀ ਕਿਰਪਾ ਕਰਕੇ ਗਏ, ਕਿੱਡਾ ਭਾਰੀ ਖਜ਼ਾਨਾ ਸਾਨੂੰ ਦੇ ਕੇ ਗਏ ਆ। ਜੇ ਫੇਰ ਗੁਰਸਿੱਖ ਡੋਲਦਾ ਫਿਰੇ ਤੇ ਫਿਰ ਉਹ ਤਾਂ ਗੁਰਮੁਖ ਪਿਆਰਿਓ ਉਹਦੀ ਆਪਣੀ ਮੂਰਖਤਾ ਹੀ ਹੋ ਸਕਦੀ ਹੈ। ਇਹ ਸਿਆਣਪ ਨਹੀਂ ਕਿ ਗੁਰਬਾਣੀ ਨੂੰ ਛੱਡ ਕੇ, ਧੰਨ ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ ਕਿਤੇ ਅਸੀਂ ਹੋਰ ਫਿਰੀਏ ਵੀ ਸਾਡਾ ਭਲਾ ਹੋ ਜੇ। ਭਲਾ ਬਾਣੀ ਵੀ ਕਰ ਸਕਦੀ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡਾ ਵਰਨਾ ਕੋ। ਇਹ ਬਾਣੀ ਗੁਰੂ ਨਾਨਕ ਦਾ ਹੀ ਰੂਪ ਹੈ। ਭਾਈ ਇਹ ਬਾਣੀ ਨਾਲ ਜੁੜੀਏ, ਸਤਿਗੁਰੂ ਕਿਰਪਾ ਕਰਨ। ਧੰਨ ਗੁਰੂ ਨਾਨਕ ਸਾਹਿਬ ਸਤਿਗੁਰਾਂ ਦੇ ਅਵਤਾਰ ਦਿਹਾੜੇ ਦੀਆਂ ਸਭ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਮੁਬਾਰਕਾਂ ਹੋਣ। ਆਓ ਸਾਡੇ ਸਤਿਕਾਰਯੋਗ ਗਿਆਨੀ ਸਾਹਿਬ ਜੀ, ਉਹਨਾਂ ਕੋਲੋਂ ਵਿਚਾਰ ਸਰਵਣ ਕਰੀਏ ਜੀ। ਇੰਨੀਆਂ ਕੁ ਬੇਨਤੀਆਂ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਸਤਿਗੁਰ ਅਤੇ ਸੰਗਤ ਬਖਸ਼ਣਯੋਗ ਹੈ ਜੀ, ਬਖਸ਼ ਦੇਣਾ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਾਰੇ ਆਪ ਜੀ ਨੇ ਸਰਵਣ ਕੀਤਾ ਹੈ। ਪਵਿੱਤਰ ਸਥਾਨ ਦੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੈ ਨੂੰ ਆਖਿਆ ਜਾਂਦਾ ਹੈ। ਆਓ ਹੁਣ ਆਪਣੇ ਕੋਲ ਬਹੁਤ ਹੀ ਸਤਿਕਾਰਯੋਗ